ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸ੍ਰੀ ਹਜ਼ੂਰ ਮਹਾਰਾਜ ਪਿਆਰੇ ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਜਗਰਾਉਂ ਵਾਲਿਆਂ ਦੀ ਜਨਮ ਸਾਖੀ ਸੁਣਾਉਣ ਜਾ ਰਹੇ ਹਾਂ। ਪਿਆਰੀ ਸਾਧ ਸੰਗਤ ਜੀ, ਪਿਆਰ ਨਾਲ ਸੁਣਿਓ। ਪ੍ਰਭ ਕੀ ਬਸੇ ਸਾਧ ਕੀ ਰਸਨਾ। ਸਾਖੀ ਭਾਈ ਟਹਿਲ ਸਿੰਘ ਜੀ ਦੀ। ਇੱਕ ਵਾਰੀ ਗਿਆਨੀ ਬਲਵੰਤ ਸਿੰਘ ਜੀ ਨੇ ਨਾਨਕਸਰ ਦਰਸ਼ਨ ਕਰਨ ਆਉਂਦੇ ਹੋਇਆਂ ਨੇ ਰਸਤੇ ਵਿੱਚ ਮੋਗੇ ਕੋਲ ਪਿੰਡ ਮਹਿਰੋ ਆਪਣੇ ਸਹੁਰੇ ਘਰ ਰਾਤ ਕੱਟੀ। ਸਵੇਰੇ ਇਸ ਦੇ ਸੰਬੰਧੀ ਸਾਲੇ ਨੇ ਪੁੱਛਿਆ ਕਿ ਆਪ ਕਿਸ ਤਰ੍ਹਾਂ ਆਏ ਹੋ, ਤਾਂ ਇਹਨਾਂ ਨੇ ਦੱਸਿਆ ਕਿ ਮੈਂ ਨਾਨਕਸਰ ਬਾਬਾ ਈਸਰ ਸਿੰਘ ਜੀ ਦੀ ਮਹਾਰਾਜ ਦੇ ਦਰਸ਼ਨ ਕਰਨ ਚੱਲਿਆ ਹਾਂ। ਅਤੇ ਟਹਿਲ ਸਿੰਘ ਨੇ ਕਿਹਾ ਕਿ ਇਹ ਸੱਤ ਹੈ ਤਾਂ ਇਹ ਸੰਤ ਤਾਂ ਬੜੀ ਕਰਨੀ ਵਾਲੇ ਸੁਣੇ ਹਨ। ਚਲੋ ਮੈਂ ਵੀ ਤੁਹਾਡੇ ਨਾਲ ਦਰਸ਼ਨ ਕਰ ਆਉਂਦਾ ਹਾਂ। ਦੋਵੇਂ ਜਣੇ ਨਾਨਕਸਰ ਵੱਲ ਚੱਲ ਪਏ। ਰਸਤੇ ਵਿੱਚੋਂ ਭਾਈ ਟਹਿਲ ਸਿੰਘ ਜੀ ਨੇ ਮਸੰਮੀਆਂ ਦਾ ਪ੍ਰਸ਼ਾਦ ਲੈ ਲਿਆ। ਜਦੋਂ ਬਾਬਾ ਜੀ ਅੱਗੇ ਪ੍ਰਸ਼ਾਦ ਰੱਖ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਪੁੱਛਿਆ, ਭਾਈ ਤੁਸੀਂ ਮਸੰਮੀਆਂ ਦਾ ਬਾਗ ਲਾਇਆ ਹੋਇਆ ਹੈ? ਤਾਂ ਭਾਈ ਬਲਵੰਤ ਸਿੰਘ ਜੀ ਨੇ ਦੱਸਿਆ ਕਿ ਇਹ ਮੇਰਾ ਸੰਬੰਧੀ ਹੈ, ਇਸ ਨੇ ਬਾਗ ਨਹੀਂ ਲਾਇਆ ਹੋਇਆ, ਇਸ ਦਾ ਪਿੰਡ ਮਹਿਰੋ ਹੈ, ਇਹ ਤਾਂ ਰਸਤੇ ਤੋਂ ਪ੍ਰਸ਼ਾਦ ਲੈ ਕੇ ਆਇਆ ਹੈ। ਕੁਝ ਦੇਰ ਬਾਬਾ ਜੀ ਬਚਨ ਕਰਦੇ ਰਹੇ ਅਤੇ ਫਿਰ ਪੁੱਛਿਆ, ਬਲਵੰਤ ਸਿੰਘ ਇਹ ਭਾਈ ਮਸੰਮੀਆਂ ਲੈ ਕੇ ਆਇਆ ਹੈ, ਇਸ ਨੇ ਬਾਗ ਲਾਇਆ ਹੈ? ਬਲਵੰਤ ਸਿੰਘ ਨੇ ਫੇਰ ਕਿਹਾ, ਜੀ ਨਹੀਂ, ਇਹ ਤਾਂ ਵਿਚਾਰਾ ਕਿਸੇ ਦੇ ਟਰੱਕ 'ਤੇ ਲੱਗਾ ਹੋਇਆ ਹੈ, 100 ਰੁਪਇਆ ਤਨਖਾਹ ਮਿਲਦੀ ਹੈ। ਬਾਬਾ ਜੀ ਨੇ ਬਚਨ ਕਰਦਿਆਂ ਫੇਰ ਕਿਹਾ, ਇਹ ਫਲ ਲੈ ਕੇ ਆਇਆ ਹੈ, ਇਸ ਨੇ ਕਿਤੇ ਬਾਗ ਲਾਇਆ ਹੈ? ਤਾਂ ਹੁਣ ਬਲਵੰਤ ਸਿੰਘ ਨੇ ਕਿਹਾ, ਇਹ ਤਾਂ ਬਾਬਾ ਜੀ ਦੀ ਕੋਈ ਰਜਾ ਹੈ। ਇਹ ਸੋਚ ਕੇ ਕਿਹਾ, ਬਾਬਾ ਜੀ ਤੁਹਾਡਾ ਬਚਨ ਸੱਤ ਹੋਵੇ। ਬਾਬਾ ਜੀ ਨੇ ਟਹਿਲ ਸਿੰਘ ਨੂੰ ਬਚਨ ਕੀਤਾ ਕਿ ਸਮੇਤ ਪਰਿਵਾਰ ਅੰਮ੍ਰਿਤ ਛਕ ਲੈ, ਗੁਰੂ ਵਾਲਾ ਬਣ ਜਾ, ਗੁਰੂ ਘਰੋਂ ਬਹੁਤ ਕੁਝ ਮਿਲਦਾ ਹੈ। ਉਸ ਨੇ ਅੱਗੋਂ 7 ਬਚਨ ਕਿਹਾ। ਹੁਣ ਬਾਬਾ ਜੀ ਨੇ ਪ੍ਰਸ਼ੰਸਾ ਨਾਲ ਪ੍ਰਸ਼ਾਦ ਦੇ ਕੇ ਉਹਨਾਂ ਨੂੰ ਤੋਰਿਆ। ਰਸਤੇ ਵਿੱਚ ਭਾਈ ਬਲਵੰਤ ਸਿੰਘ ਜੀ ਕਹਿਣ ਲੱਗੇ, ਤੇਰਾ ਤਾਂ ਕੰਮ ਬਣ ਗਿਆ ਹੈ। ਬਾਬਾ ਜੀ ਨੇ ਕੀਤੇ ਬਚਨ 3 ਸਾਲ 7 ਹੋਣਗੇ, 3 ਕਾਲ 7 ਹੋਣਗੇ, ਤੇਰਾ ਤਾਂ ਚੰਗਾ ਬਾਗ ਲੱਗੇਗਾ। ਟਹਿਲ ਸਿੰਘ ਨੇ ਆਉਂਦੀ ਪੂਰਨਮਾਸੀ ਤੇ ਸਮੇਤ ਪਰਿਵਾਰ ਅੰਮ੍ਰਿਤ ਛਕ ਲਿਆ ਤੇ ਡਿਊਟੀ ਕਰਦਾ ਰਿਹਾ। ਨਾਨਕਸਰ ਸੰਗਤ ਵੀ ਕਰਦਾ ਰਿਹਾ। ਮਾਲਕ ਦੀ ਐਸੀ ਕਿਰਪਾ ਹੋਈ, ਇਸ ਦੀ ਤਨਖਾਹ ਵੱਧ ਗਈ। ਹੌਲੀ ਹੌਲੀ ਇਸ ਨੇ ਆਪਣਾ ਟਰੱਕ ਪਾ ਲਿਆ। ਸਮੇਂ ਨਾਲ ਮਾਇਆ ਇਕੱਠੀ ਕਰਕੇ ਅਬੋਹਰ ਸ਼ਹਿਰ ਨੂੰ ਜਾਂਦੀ ਸੜਕ ਉੱਤੇ ਜ਼ਮੀਨ ਖਰੀਦ ਤੇ ਫਾਰਮ ਬਣਾ ਲਿਆ। ਇਸ ਦਾ ਨਾਂ ਰੱਖਿਆ ਗੁਰੂ ਨਾਨਕ ਫਾਰਮ। ਇਸ ਫਾਰਮ ਵਿੱਚ ਮਸੰਮੀਆਂ ਦਾ ਸੋਹਣਾ ਬਾਗ ਲਾਇਆ। ਬਾਬਾ ਜੀ ਦੇ ਬਚਨ ਸੱਤ ਹੋਏ। ਜਿਹੜਾ ਵੀ ਕੋਈ ਇਸ ਨੂੰ ਮਿਲਦਾ ਹੈ, ਹਰ ਇੱਕ ਨੂੰ ਦੱਸਦਾ ਹੈ, ਇਹ ਸਾਰੀ ਮਿਹਰ ਬਾਬਾ ਈਸਰ ਸਿੰਘ ਜੀ ਦੀ ਹੋਈ ਹੈ। ਇਹ ਸਾਖੀ ਪਿੰਡ ਮਹਿਰੋ ਵਾਲੇ ਟਹਿਲ ਸਿੰਘ ਦੀ ਹੈ। ਇੱਕ ਹੋਰ ਭਾਈ ਟਹਿਲ ਸਿੰਘ ਮੁਕਤਸਰ ਤੋਂ ਪਾਠੀ ਸਿੰਘ ਵੀ ਭਾਈ ਬਲਵੰਤ ਸਿੰਘ ਨਾਲ ਆਉਂਦੇ ਰਹੇ, ਜਿਨ੍ਹਾਂ ਨੇ ਆਪ ਦਾ ਮੁੰਡਾ ਸੁਖਦੇਵ ਸਿੰਘ ਨਾਨਕਸਰ ਬਾਅਦ ਵਿੱਚ ਦਾਸ ਲਖਾਰੀ ਕੋਲ ਛੱਡਿਆ। ਨਾਨਕ ਸਤਿਗੁਰ ਭੇਟੀਏ, ਪੂਰੀ ਹੋਵੇ ਜਗਤ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਵੇਂਦਿਆਂ ਵਿੱਚੇ ਹੋਵੇ ਮੁਕਤ। ਸਾਖੀ ਪਾਠੀਆਂ ਦੇ ਘੋਲ ਅਤੇ ਦੌੜ ਦੀ।
ਪਿੱਛੇ ਸਾਖੀ ਭਾਈ ਬਲਵੰਤ ਸਿੰਘ ਦੀ ਤੇ ਤੇਜ ਪਾਠ ਕਰਨ ਵਾਲੇ ਦੀ ਚੱਲੀ ਆ ਰਹੀ ਹੈ। ਪਿਆਰੇ ਬਾਬਾ ਜੀ ਬੜੇ ਦਿਆਲੂ ਅਤੇ ਕਿਰਪਾਲੂ ਸਨ। ਹਰ ਵੇਲੇ ਚੜ੍ਹਦੀ ਕਲਾ ਵਿੱਚ ਖੁਸ਼ ਰਹਿੰਦੇ ਸਨ। ਚੱਲ ਰਹੇ ਖੰਡ ਪਾਠਾਂ ਵਿੱਚ ਜਦੋਂ ਬਾਬਾ ਜੀ ਪਾਠੀਆਂ ਵਿੱਚ ਪਹੁੰਚਦੇ ਸਨ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਗੁਰਬਾਣੀ ਦੀਆਂ ਵਿਚਾਰਾਂ ਕਰਨੀਆਂ, ਪਾਠੀਆਂ ਤੋਂ ਕਿਤਾਬਾਂ ਸੁਣਦੇ ਸਨ। ਕਈ ਵਾਰ ਪਾਠੀਆਂ ਦੀ ਦੌੜ ਲਵਾਉਣੀ ਤੇ ਕਈ ਸੁਸਤੀ ਨਾ ਪਵੇ, ਖਾਧੀ ਖੁਰਾਕ ਹਜ਼ਮ ਹੋ ਜਾਵੇ। ਕਈ ਵਾਰ ਕਈ ਜਾਣਿਆਂ ਦੇ ਘੋਲ ਕਰਵਾ ਦੇਣੇ, ਜਿਨ੍ਹਾਂ ਵਿੱਚ ਬਹਿੰਗਮ ਭਾਈ ਜੰਗ ਸਿੰਘ ਜੀ ਅਤੇ ਮਨੋਹਰ ਸਿੰਘ ਜੀ ਜਗਰਾਦਰੀ ਵਾਲੇ ਨਥੇਰ ਵਾਲੇ ਨੰਬਰ ਲੈਂਦੇ ਸਨ। ਇਹ ਸਾਰੇ ਨਜ਼ਾਰੇ ਵੇਖ ਕੇ ਸਾਰੇ ਖੁਸ਼ ਰਹਿੰਦੇ ਸਨ। ਇਸ ਤਰ੍ਹਾਂ ਪਿਆਰੇ ਬਾਬਾ ਜੀ ਚੋਜ ਕਰਦੇ ਰਹਿੰਦੇ ਸਨ। ਇਹ ਚੱਲਦੇ ਪਾਠਾਂ ਦੀ ਲੜੀ ਭਾਦਰੋਂ ਦੀ ਬਰਸੀ ਤੋਂ ਲੈ ਕੇ ਕੱਤਕ ਦੀ ਪੂਰਨਮਾਸੀ ਤੱਕ ਚੱਲੀ। ਸਾਖੀ ਭਾਈ ਨਛੱਤਰ ਸਿੰਘ ਜੀ ਦੀ ਹੁਣ ਜਿਸ ਵੇਲੇ ਸੰਨ 1957 ਵਿੱਚ ਅਖੰਡ ਪਾਠਾਂ ਦੀ ਲੜੀ ਚੱਲੀ ਤਾਂ ਇਹ ਮਹਾਨ ਜੰਗ ਵਿੱਚ ਬੜੇ ਪਾਠੀਆਂ ਅਤੇ ਸੇਵਾਦਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਪਿੰਡ ਭਾਈ ਦੀ ਕੀ ਸਮਾਧ ਤੋਂ ਭਾਈ ਆਤਮਾ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਇਹ ਰਾਗੀ ਵੀ ਸਨ ਅਤੇ ਅਖੰਡ ਪਾਠੀ ਵੀ ਸਨ। ਇਹ ਵੀ ਅਖੰਡ ਪਾਠਾਂ ਵਿੱਚ ਆ ਲੱਗੇ। ਭਾਈ ਵੀਰ ਸਿੰਘ ਦਾ ਮੁੰਡਾ ਨਛੱਤਰ ਸਿੰਘ ਇਹ ਵੀ ਆਪਣੇ ਪਿਤਾ ਦੇ ਨਾਲ ਆ ਗਿਆ। ਇਹ ਵੀ ਪਾਠੀ ਸੀ ਅਤੇ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਭਾਈ ਵੀਰ ਸਿੰਘ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਮੁੰਡਾ ਅਖੰਡ ਪਾਠੀ ਵੀ ਹੈ, ਪਰ ਇਹ 10ਵੀਂ ਜਮਾਤ ਵਿੱਚ ਪੜ੍ਹਦਾ ਹੈ, ਇਸ ਨੂੰ ਘਰ ਜਾਣ ਦੀ ਆਗਿਆ ਦੇਵੋ, ਇਹ ਜਾ ਕੇ ਪੜ੍ਹਾਈ ਕਰੇ। ਤਾਂ ਬਾਬਾ ਜੀ ਕਹਿਣ ਲੱਗੇ ਕਿ ਪਾਠਾਂ ਦਾ ਬਹੁਤ ਵੱਡਾ ਕੰਮ ਹੈ, ਹੁਣ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾਣੀ, ਮੁੰਡਾ ਕਿਤਾਬਾਂ ਇੱਥੇ ਹੀ ਮੰਗਾ ਲਵੇ, ਨਾਲੇ ਰੌਲਾ ਲਾਈ ਜਾਵੇ ਅਤੇ ਕਿਤਾਬਾਂ ਵੀ ਪੜ੍ਹੀ ਜਾਵੇ, ਬਾਅਦ ਵਿੱਚ ਪੇਪਰ ਦੇ ਦੇਵੇਗਾ। ਸੋ ਇਸ ਤਰ੍ਹਾਂ ਹੀ ਕੀਤਾ ਗਿਆ। ਨਛੱਤਰ ਸਿੰਘ ਨੇ ਕਿਤਾਬਾਂ ਮੰਗਾ ਲਈਆਂ, ਰੌਲਾ ਲਾਉਂਦਾ ਰਿਹਾ। ਹੁਣ ਇਤਨੇ ਇਕੱਠ ਵਿੱਚ ਤੇ ਰੌਲਾ ਲਾਉਣ ਕਰਕੇ ਪੜ੍ਹਾਈ ਕੀ ਹੋਣੀ ਸੀ। ਮਨ ਵਿੱਚ ਸ਼ਰਧਾ ਰੱਖ ਕੇ ਬੇਨਤੀ ਕਰੀ ਜਾਂਦਾ ਹੈ ਕਿ ਬਾਬਾ ਜੀ ਪੜ੍ਹਾਈ ਹੋ ਨਹੀਂ ਰਹੀ, ਜਿਵੇਂ ਤੁਹਾਡੀ ਰਜ਼ਾ। ਇਸ ਤਰ੍ਹਾਂ ਸ਼ਰਧਾ ਰੱਖ ਕੇ ਰੌਲਾ ਲਾਈ ਗਿਆ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਸਮੇਂ ਬਹੁਤ ਜ਼ਿਆਦਾ ਬਾਰਿਸ਼ ਪੈ ਰਹੀ ਕਿ ਪਾਣੀ ਦੇ ਹੜ੍ਹ ਚੱਲ ਰਹੇ ਸਨ। ਗੁਰਦੁਆਰਾ ਨਾਨਕਸਰ ਦੇ ਦੋਨੋਂ ਪਾਸੇ ਬੜੇ ਹੀ ਜ਼ੋਰ ਦਾ ਪਾਣੀ ਚੱਲ ਰਿਹਾ ਸੀ। ਸਿੱਧ ਕੀ ਸਿੱਖ ਭਾਵਨਾ ਵਾਲੇ ਬੜੇ ਡੂੰਘੇ ਡੂੰਘੇ ਪਾਣੀ ਵਿੱਚੋਂ ਦੀ ਲੰਘ ਕੇ ਨਾਨਕਸਰ ਪ੍ਰਸ਼ਾਦਾ ਪਹੁੰਚਾਉਂਦੇ ਸਨ। ਇਸ ਸਮੇਂ ਪਾਠੀਆਂ ਦੇ ਤੰਬੂਆਂ ਵਿੱਚ ਵੀ ਬਾਰਿਸ਼ ਨਾਲ ਪਾਣੀ ਆ ਰਿਹਾ ਸੀ, ਜਿਸ ਕਰਕੇ ਸਾਰੇ ਪਾਠੀਆਂ ਦੇ ਆਸਣ ਹਾਲ ਵਿੱਚ ਲਿਆਂਦੇ ਗਏ। ਸੋ ਇਹੋ ਜਿਹਾ ਕਠਿਨ ਸਮਾਂ ਸੀ। ਭਾਈ ਨਛੱਤਰ ਸਿੰਘ ਜੀ ਤੋਂ ਪੜ੍ਹਾਈ ਕਿੱਥੇ ਹੋਣੀ ਸੀ। ਸੋ ਪਾਠਾਂ ਦੀ ਸਮਾਪਤੀ ਤੋਂ ਬਾਅਦ ਜਿਸ ਵੇਲੇ ਇਹ ਭਾਈ ਕੀ ਸਮਾਧ ਆਪਣੇ ਪਿੰਡ ਗਿਆ ਤਾਂ ਇਸ ਨੂੰ ਪਤਾ ਲੱਗਿਆ ਕਿ ਇਸ ਦਾ ਦਾਖਲਾ ਇਸ ਦੇ ਮਾਸਟਰ ਨੇ ਹੀ 40 ਰੁਪਏ ਚੰਡੀਗੜ੍ਹ ਭੇਜ ਦਿੱਤੇ। ਹੁਣ ਅੱਗੇ ਇਸ ਦੇ ਇਮਤਿਹਾਨ ਦੇ ਦਿਨ ਆ ਗਏ ਅਤੇ ਨਛੱਤਰ ਸਿੰਘ ਦਾ ਰੋਲ ਨੰਬਰ ਆ ਗਿਆ। ਤਾਂ ਹੁਣ ਮਾਸਟਰ ਜੀ ਨੇ ਇੱਕ ਮੁੰਡੇ ਦੇ ਹੱਥ ਨਛੱਤਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਤੂੰ ਵੀ ਸਮੇਂ ਸਿਰ ਆ ਕੇ ਪੇਪਰ ਦੇ। ਤਾਂ ਇਹ ਸੋਚਦਾ ਆਪਣੇ ਮਿੱਤਰ ਪਿਆਰਿਆਂ ਨਾਲ ਸਕੂਲ ਵਿੱਚ ਪੇਪਰ ਦੇਣ ਲਈ ਦਾਖਲ ਹੋਇਆ। ਜਦੋਂ ਪੇਪਰ ਸ਼ੁਰੂ ਹੋਇਆ ਤਾਂ ਮਾਸਟਰ ਨੇ ਪੇਪਰ ਦੇਣ ਦਾ ਸਮਾਂ ਦੱਸਿਆ ਕਿ ਪੇਪਰ ਲੈਣ ਦਾ ਸਮਾਂ 3 ਘੰਟੇ ਦਾ ਹੈ, ਛੇਤੀ ਛੇਤੀ ਕਰੋ। ਤਾਂ ਨਛੱਤਰ ਸਿੰਘ ਆਪਣੀ ਸੀਟ 'ਤੇ ਖੜ੍ਹਾ ਹੋ ਕੇ ਕਹਿੰਦਾ, ਮਾਸਟਰ ਜੀ ਮੇਰਾ ਪੇਪਰ ਲੈ ਲਵੋ, ਮੈਨੂੰ ਤਾਂ ਕੁਝ ਆਉਂਦਾ ਨਹੀਂ। ਤਾਂ ਮਾਸਟਰ ਜੀ ਕਹਿੰਦੇ ਬੈਠ ਜਾ। ਤਾਂ ਇਹੋ ਬੈਠ ਗਿਆ ਅਤੇ ਕੁਝ ਮਿੰਟਾਂ ਬਾਅਦ ਇਹ ਖੜ੍ਹਾ ਹੋ ਕੇ ਫੇਰ ਬੇਨਤੀ ਕਰਨ ਲੱਗਾ ਕਿ ਮਾਸਟਰ ਨੇ ਫੇਰ ਇਸ਼ਾਰਾ ਕਰਕੇ ਬਿਠਾ ਦਿੱਤਾ।
ਤਾਂ ਕੁਝ ਸਮੇਂ ਬਾਅਦ ਇਹੋ ਤੀਜੀ ਵਾਰ ਉੱਠ ਕੇ ਕਹਿੰਦਾ, ਮਾਸਟਰ ਜੀ ਮੈਨੂੰ ਤਾਂ ਆਉਂਦਾ ਹੀ ਕੁਝ ਨਹੀਂ ਹੈ, ਮੈਂ ਤਾਂ ਪੜ੍ਹਾਈ ਨਹੀਂ ਕਰ ਸਕਿਆ। ਤਾਂ ਮਾਸਟਰ ਜੀ ਕਹਿੰਦੇ, ਘਬਰਾ ਨਾ, ਬੈਠ ਜਾ, ਬਥੇਰਾ ਟਾਈਮ ਪਿਆ ਹੈ। ਨਾਲ ਹੀ ਕਹਿੰਦੇ, ਮੈਂ ਤੈਨੂੰ ਕਿਤੇ ਦੇਖਿਆ ਹੈ, ਤੂੰ ਨਾਨਕਸਰ ਪਾਠ ਕਰਦਾ ਰਿਹਾ ਹੈ, ਰੌਲਾ ਲਾਉਂਦਾ ਰਿਹਾ ਹੈ। ਤਾਂ ਨਛੱਤਰ ਸਿੰਘ ਕਹਿੰਦਾ, ਜੀ ਹਾਂ, ਤਾਂ ਹੀ ਤਾਂ ਮੈਥੋਂ ਪੜ੍ਹਾਈ ਨਹੀਂ ਹੋ ਸਕੀ, ਮੇਰੇ ਉੱਥੇ ਪਾਠਾਂ ਵਿੱਚ 2 ਮਹੀਨੇ ਲੱਗ ਗਏ। ਤਾਂ ਮਾਸਟਰ ਜੀ ਨੇੜੇ ਹੋ ਕੇ ਕਹਿੰਦੇ, ਉਹ ਤਾਂ ਬਹੁਤ ਹੀ ਅੱਛਾ ਦਰਗਾਹੀ ਕੰਮ ਸੀ, ਦੁਨੀਆ ਦੇ ਭਲੇ ਵਾਸਤੇ 1960 ਅਖੰਡ ਪਾਠ ਹੋਏ, ਜਿਸ ਵਿੱਚ ਤੂੰ ਵੀ ਨਿਸ਼ਕਾਮਤਾ ਨਾਲ ਸੇਵਾ ਕੀਤੀ। ਤੂੰ ਘਬਰਾ ਨਾ, ਆਪਣੀ ਸੀਟ 'ਤੇ ਬੈਠ, ਕਹਿ ਕੇ ਮਾਸਟਰ ਜੀ ਬਾਹਰ ਗਏ। ਤਾਂ ਇੱਕ ਸਿਆਣੇ ਮੁੰਡੇ ਤੋਂ ਪੈਕਟ ਲੈ ਆਏ ਤਾਂ ਨਛੱਤਰ ਸਿੰਘ ਨੂੰ ਆ ਕੇ ਗੁਪਤ ਹੀ ਫੜਾ ਦਿੱਤਾ। ਅਤੇ ਜਦੋਂ ਵੀ ਸੁਪਰਡੈਂਟ ਆਵੇ ਤਾਂ ਇਹ ਪੋਕਟ ਗੁਪਤ ਹੀ ਮੈਨੂੰ ਫੜਾ ਦੇਵੀਂ, ਤਾਂ ਕਿਸੇ ਪਾਸੇ ਸਾਂਭ ਕੇ ਰੱਖ ਲਵੀਂ। ਜਦੋਂ ਤੂੰ ਪੇਪਰ ਕਰ ਲਿਆ ਉਦੋਂ ਪੋਕਟ ਮੈਨੂੰ ਫੜਾ ਦੇਵੀਂ। ਤਾਂ ਨਛੱਤਰ ਸਿੰਘ ਨੇ ਛੇਤੀ ਛੇਤੀ ਪੇਪਰ ਕਰਕੇ ਪੋਕਟ ਮਾਸਟਰ ਜੀ ਨੂੰ ਫੜਾ ਦਿੱਤੀ। ਇਸੇ ਤਰ੍ਹਾਂ ਹੀ ਮਾਸਟਰ ਜੀ ਦੀ ਸਹਾਇਤਾ ਨਾਲ ਸਾਰੇ ਪੇਪਰ ਹੋ ਗਏ। ਮਾਲਕ ਦੀ ਕਿਰਪਾ ਹੋਈ, ਨਛੱਤਰ ਸਿੰਘ ਕਲਾਸ ਵਿੱਚੋਂ ਫਸਟ ਆਇਆ। ਇਹ ਪੜ੍ਹਾਈ ਕਰਕੇ ਪੁਲਿਸ ਵਿੱਚ ਭਰਤੀ ਹੋ ਕੇ ਥਾਣੇਦਾਰ ਬਣ ਗਿਆ। 30 ਸਾਲ ਨੌਕਰੀ ਕਰਕੇ ਪੈਨਸ਼ਨ ਆ ਗਿਆ। ਇਹ ਇੱਕ ਪਰਚੀਆਂ ਵਾਲੇ ਮਾਸਟਰ ਦੀ ਵੱਡੀ ਕੁਰਬਾਨੀ ਸੀ, ਜਿਸ ਨੇ ਉਸ ਨੂੰ ਪਾਸ ਕਰਵਾਇਆ। ਸੋ ਭਾਈ ਨਛੱਤਰ ਸਿੰਘ ਜੀ ਪੈਨਸ਼ਨ ਆ ਕੇ ਅਖੰਡ ਪਾਠਾਂ ਵਿੱਚ ਹਿੱਸਾ ਲੈਂਦਾ ਹੈ, ਰੌਲਾ ਲਾਉਂਦਾ ਹੈ। ਸੋ ਇਹ ਇੱਕ ਬਾਬਾ ਜੀ ਦੀ ਕਿਰਪਾ, ਜਿਨ੍ਹਾਂ ਨੇ ਉਸ ਨੂੰ ਇੱਥੋਂ ਤੱਕ ਪਹੁੰਚਾਇਆ। ਸਾ ਧਰਤੀ ਹਰੀ ਹਰਾਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ। ਸਾ ਧਰਤੀ ਪਈ ਹਰਾਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ। ਸਾਖੀ ਪਿੰਡ ਸੀੜੇ ਅਤੇ ਕਾਦੀਆਂ ਦੀ ਨਾਨਕਸਰ 1960 ਅਖੰਡ ਪਾਠਾਂ ਦੇ ਭੋਗ ਪਾਏ ਗਏ। ਪਾਠਾਂ ਦੀ ਲੜੀ ਤੋਂ ਉਪਰੰਤ ਬਾਬਾ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਸੀੜੇ ਪਹੁੰਚੇ, ਜਿੱਥੇ ਬਾਬਾ ਜੀ ਨੇ ਗੁਰਦੁਆਰਾ ਨਾਨਕਸਰ ਬਣਾਇਆ ਹੈ। ਸੁਬਾਹ ਸ਼ਾਮ ਦੇ ਦੀਵਾਨ ਵਿੱਚ ਆਸ-ਪਾਸ ਦੇ ਪਿੰਡਾਂ ਦੀ ਸੰਗਤ ਵੀ ਆ ਕੇ ਲਾਭ ਉਠਾਉਂਦੀ ਹੈ। ਹੁਣ ਪਿੰਡ ਕਾਦੀਆ ਦੀ ਸੰਗਤ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਿੰਡ ਵੀ ਦਰਸ਼ਨ ਦਿਓ। ਤਾਂ ਬਾਬਾ ਜੀ ਹਜ਼ੂਰੀ ਜੱਥੇ ਸਮੇਤ ਪਿੰਡ ਕਾਦੀਆ ਪਹੁੰਚੇ। ਕੀਰਤਨ ਸ਼ੁਰੂ ਹੋਇਆ। ਭਾਈ ਕੇਰ ਸਿੰਘ ਜੀ ਨੇ ਧਾਰਨਾ ਪੜ੍ਹੀ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ। ਪੌਣਾ ਘੰਟਾ ਇਸ ਉੱਤੇ ਪ੍ਰਵਾਨ ਲਾਏ ਪਿੱਛੋਂ ਇਹ ਧਾਰਨਾ ਬਦਲ ਕੇ ਹੋਰ ਪੜੀ। ਪੰਜੇ ਵਕਤ ਬੀਤ ਗਏ ਤੇਰੇ, ਆਇਆ ਨਾ ਮਸੀਤ ਚੱਲ ਕੇ। ਪੰਜੇ ਵਕਤ ਬੀਤ ਗਏ ਤੇਰੇ, ਆਇਆ ਨਾ ਮਸੀਤ ਚੱਲ ਕੇ। ਕਿਉਂਕਿ ਭਾਈ ਕੇਰ ਸਿੰਘ ਜੀ ਨੂੰ ਕਿਸੇ ਨੇ ਦੱਸਿਆ ਸੀ ਕਿ ਇਸ ਪਿੰਡ ਵਿੱਚ ਮੁਸਲਮਾਨ ਕਾਫੀ ਜ਼ਿਆਦਾ ਹਨ ਅਤੇ ਮਸੀਤ ਵੀ ਬਹੁਤ ਵੱਡੀ ਹੈ, ਜਿਸ ਕਰਕੇ ਭਾਈ ਕੇਰ ਸਿੰਘ ਜੀ ਨੇ ਇਹ ਧਾਰਨਾ ਪੜ੍ਹੀ। ਇਹ ਧਾਰਨਾ ਸੁਣ ਕੇ ਬਹੁਤ ਸਾਰੇ ਮੁਸਲਮਾਨ ਵੀ ਦੀਵਾਨ ਵਿੱਚ ਆ ਗਏ। ਭਾਈ ਕੇਰ ਸਿੰਘ ਜੀ ਨਾਲ ਸਾਰੇ ਉੱਚੀ ਉੱਚੀ ਬੋਲਣ ਲੱਗੇ, ਪੰਜੇ ਵਕਤ ਬੀਤ ਗਏ ਤੇਰੇ, ਆਇਆ ਨਾ ਮਸੀਤ ਚੱਲ ਕੇ। ਬਹੁਤ ਸੋਹਣਾ ਸਮਾਂ ਬਣਿਆ। ਹੁਣ ਬਾਬਾ ਜੀ ਨੇ ਭਾਈ ਕੇਰ ਸਿੰਘ ਜੀ ਨੂੰ ਇਸ਼ਾਰਾ ਕਰਕੇ ਕੀਰਤਨ ਬੰਦ ਕਰਵਾਇਆ
ਅਤੇ ਆਪ ਅੰਮ੍ਰਿਤ ਬਚਨ ਸ਼ੁਰੂ ਕੀਤੇ। ਪੀਜ ਨਵਾਜਾ ਵਕਤ ਪੀਜ ਪੰਜੇ ਨਾਉ। ਮੁਸਲਮਾਨ ਵਾਸਤੇ ਹੁਕਮ ਹੈ 5 ਵਕਤ ਨਮਾਜ਼ ਪੜ੍ਹੇ ਅਤੇ ਗੁਰਸਿੱਖ ਵਾਸਤੇ ਹੁਕਮ ਹੈ ਸਵੇਰੇ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤ੍ਰਿਸਪਾਦ ਸਵਾਏ, ਚੁਪਾਈ ਸਾਹਿਬ, ਆਨੰਦ ਸਾਹਿਬ, ਪੂਰਾ 40 ਪੌੜੀਆਂ। ਇਹ ਪੰਜੇ ਬਾਣੀਆਂ ਗੁਰਸਿੱਖ ਪੜ੍ਹੇ। ਸ਼ਾਮ ਨੂੰ ਸੂਰਜ ਛਿਪੇ ਤੋਂ ਰਹਿਰਾ ਸਾਹਿਬ ਪੜ੍ਹੇ ਅਤੇ ਸੌਣ ਲੱਗਿਆ ਕੀਰਤਨ ਸੋਲਾ ਪੜ੍ਹ ਕੇ ਸੌਵੇਂ। ਇਹ 7 ਬਾਣੀਆਂ ਗੁਰਸਿੱਖ ਵਾਸਤੇ ਜ਼ਰੂਰੀ ਹਨ। ਮੁਸਲਮਾਨ ਵਾਸਤੇ 5 ਨਮਾਜ਼ਾਂ ਜ਼ਰੂਰੀ ਹਨ। ਸਾਨੂੰ ਆਪਸ ਵਿੱਚ ਪਿਆਰ ਰੱਖਣ ਦੀ ਲੋੜ ਹੈ। ਸਭ ਦੀ ਉਤਪਤੀ ਇੱਕ ਤੋਂ ਹੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।